ਜੀ ਵੇਖਣ ਤੇ ਸੁਣਨ ਵਾਲੇ ਭਰਾਵਾਂ ਨੂੰ ਅਸਲਾਮ ਅਲੈਕੁਮ। ਸਾਡੇ ਚੈਨਲ ਦਾ ਨਾਮ ਹੈ ਸਿੰਧੂ ਗੋਟ ਫਾਰਮ। ਉਮੀਦ ਕਰਨਾ ਮੇਰੇ ਸਾਰੇ ਦੋਸਤ ਅਹਿਬਾਬ ਠੀਕ ਹੋਣਗੇ। ਜੀ ਪਹਿਲੇ ਤੇ ਅਸੀਂ ਵੀਡੀਓ ਬਣਾਉਂਦੇ ਸਾਂ ਬਾਏ ਫੇਸ, ਹੁਣ ਥੋੜ੍ਹੀ ਜਿਹੀ ਚੇਂਜਿੰਗ ਕੀਤੀ ਹੈ। ਚੇਂਜਿੰਗ ਇਹ ਕੀਤੀ ਹੈ ਕਿ ਅਸੀਂ ਆਪਣੀ ਵੋਇਸ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਤੇ ਨਾਲ ਆਪਣੇ ਜਾਨਵਰਾਂ ਦੀਆਂ ਵੀਡੀਓ ਜਿਹੜੀਆਂ ਨੇ ਨਾ ਉਹ ਨਾਲ ਸ਼ੇਅਰ ਕਰਾਂਗੇ। ਅਗਰ ਦੋਸਤਾਂ ਨੂੰ ਇਹ ਪਸੰਦ ਆਇਆ ਤਾਂ ਕਮੈਂਟਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰਕੇ ਜ਼ਰੂਰ ਦੱਸਣਾ। ਅੱਜ ਦੀ ਵੀਡੀਓ ਦੇ ਥੰਬਨੇਲ ਤੋਂ ਤੁਹਾਨੂੰ ਪਤਾ ਚੱਲ ਹੀ ਗਿਆ ਹੋਏਗਾ ਕਿ ਵੀਡੀਓ ਦਾ ਮੌਜੂ ਕੀ ਹੈ। ਕਾਫੀ ਦੋਸਤ ਮੈਸੇਜ ਕਰਦੇ ਹੁੰਦੇ ਸਨ ਕਿ ਯਾਰ ਕੋਈ ਨਾ ਸਾਨੂੰ ਚਾਰਾ ਦੱਸੋ ਬੱਕਰਿਆਂ ਵਾਸਤੇ, ਕੁਰਬਾਨੀ ਦੇ ਬੱਕਰੇ ਅਸੀਂ ਪਾਲਣੇ ਨੇ, ਕਿਉਂਕਿ ਸਾਡਾ ਜਿਹੜਾ ਚਾਰਾ ਹੁੰਦਾ ਹੈ ਉਹ ਤਕਰੀਬਨ ਅਸੀਂ ਕਾਫੀ ਚੀਜ਼ ਆਈਟਮਾਂ ਮਿਕਸ ਕਰਕੇ ਫਿਰ ਬਣਾਈਦਾ ਅਤੇ ਸਾਡਾ ਉਹ ਚਾਰਾ ਜ਼ਿਆਦਾ ਮਹਿੰਗਾ ਇਸ ਤੋਂ ਹੋ ਜਾਂਦਾ ਹੈ, ਕਿਉਂਕਿ ਸਾਡੇ ਕੋਲ ਬਰੀਡਿੰਗ ਫੀਮੇਲਸ ਵੀ ਹੈ ਨੇ, ਅਸੀਂ ਉਹਨਾਂ ਦਾ ਸਾਰਾ ਨਿਜ਼ਾਮ ਲੈ ਕੇ ਚੱਲਣਾ ਹੁੰਦਾ ਅਤੇ ਉਹਦੇ ਮੁਤਾਬਕ ਅਸੀਂ ਆਪਣਾ ਚਾਰਾ ਜਿਹੜਾ ਨਾ ਬਣਾਉਣਾ ਹੁੰਦਾ। ਉਹਦੇ 'ਚ ਕਾਫੀ ਆਈਟਮਾਂ ਐਡ ਕਰੀਏ, ਉਹ ਆਈਟਮਾਂ ਅਸੀਂ ਆਪਣੇ ਕੁਰਬਾਨੀ ਦੇ ਜਾਨਵਰਾਂ ਨੂੰ ਦਿਆਂਗੇ ਨਾ ਅਤੇ ਉਹਦੇ ਵਿੱਚ ਕਾਫੀ ਜ਼ਿਆਦਾ ਖਰਚਾ ਜਿਹੜਾ ਨਾ बढ़ ਜਾਂਦਾ। ਲਿਹਾਜ਼ਾ ਖਰਚੇ ਨੂੰ ਕਮ ਕਰਨ ਵਾਸਤੇ ਅਸੀਂ ਇੱਕ ਸਿੰਪਲ ਜਿਹਾ ਵੰਡਾ ਲੈ ਕੇ ਆਏ ਹਾਂ, ਜਿਹਨੂੰ ਤੁਸੀਂ ਆਪਣੇ ਬੱਕਰਿਆਂ ਦੇ ਵਿੱਚ, ਛੱਤਰਿਆਂ ਦੇ ਵਿੱਚ ਯੂਜ਼ ਕਰਵਾ ਕੇ ਕੁਰਬਾਨੀ ਦੇ ਜਾਨਵਰਾਂ ਨੂੰ ਤੁਸੀਂ ਉਹ ਯੂਜ਼ ਕਰਵਾਓਗੇ। ਤੁਹਾਡੇ ਜਾਨਵਰ ਦਿਨਾਂ ਦੇ ਵਿੱਚ ਆਪਣਾ ਵੇਟ ਵੀ ਗੇਨ ਕਰਨਗੇ ਅਤੇ ਇਨਸ਼ਾ ਅੱਲਾ ਤੁਹਾਡੇ ਵਾਸਤੇ ਉਹ ਮਤਲਬ ਜ਼ਿਆਦਾ ਫਾਇਦਾਮੰਦ ਵੀ ਹੋਏਗਾ। ਬਿਲਾ ਤਖੀਰ ਤੁਹਾਡੇ ਲਈ ਵੀਡੀਓ ਸਟਾਰਟ ਕਰਨੇ ਆ। ਸਭ ਤੋਂ ਪਹਿਲੇ ਸਟਾਰਟ ਇੱਥੋਂ ਕਰਨੇ ਆ ਕਿ ਤੁਸੀਂ ਜਿਹੜੇ ਕੁਰਬਾਨੀ ਦੇ ਬੱਕਰੇ ਨੇ ਨਾ ਉਹਨਾਂ ਨੂੰ ਤੁਸੀਂ ਸਟਾਰਟ ਕਰਨਾ ਹੈ ਤੂੜੀ, ਜਿਹੜੀ ਗੰਦਮ ਦੀ ਤੂੜੀ ਹੁੰਦੀ ਹੈ ਬਰੀਕ। ਇੱਕ ਤੂੜੀ ਹੁੰਦੀ ਹੈ ਜਿਹੜੀ ਜਾਨਵਰਾਂ ਨੂੰ, ਵੱਡੀਆਂ ਮੱਝਾਂ ਨੂੰ ਪਾਈ ਜਾਂਦੀ ਹੈ ਮੋਟੀ, ਉਹ ਨਹੀਂ ਤੁਸੀਂ ਲੈਣੀ। ਤੁਸੀਂ ਬਰੀਕ ਤੂੜੀ ਲੈ ਲੈਣੀ ਹੈ। ਉਹਨੂੰ ਪਹਿਲੇ ਤੁਸੀਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭਿਓ ਲੈਣਾ। ਜਦੋਂ ਤੁਸੀਂ ਪਾਣੀ 'ਚ ਉਹਨੂੰ ਚੰਗੀ ਤਰ੍ਹਾਂ ਭਿਓ ਲਓਗੇ ਨਾ, ਉਹਨੂੰ 2-3 ਦਫਾ ਉਸ ਪਾਣੀ 'ਚ ਧੋ ਲੈਣਾ। ਧੋਣ ਤੋਂ ਬਾਅਦ ਤੁਸੀਂ ਫਰਜ਼ ਕਰੋ ਕਿ ਅਗਰ ਮੈਂ ਤੁਹਾਨੂੰ ਛੋਟਾ ਜਿਹਾ ਆਈਡੀਆ ਦੇ ਦਿੰਦਾ ਵਾਂ, ਤੁਸੀਂ ਲੈਣੀ ਹੈ 1 ਕਿਲੋ ਤੂੜੀ, ਠੀਕ ਹੈ। 1 ਕਿਲੋ ਤੂੜੀ ਨੂੰ ਚੰਗੀ ਤਰ੍ਹਾਂ ਤੁਸੀਂ ਪਾਣੀ ਦੇ ਵਿੱਚ ਭੇ ਲੈਣਾ। ਭੇਣ ਤੋਂ ਬਾਅਦ ਇਹ ਤੁਹਾਨੂੰ ਮੈਂ 2 ਜਾਨਵਰਾਂ ਦਾ ਵੰਡਾ ਦੱਸ ਦਿੰਦਾ ਵਾਂ। 1 ਕਿਲੋ ਤੂੜੀ 2 ਤੋਂ 3 ਜਾਨਵਰ ਜਦੋਂ ਕਿ ਆਰਾਮ ਸਕੂਨ ਨਾਲ ਤੁਹਾਡੇ ਖਾ ਸਕਦੇ ਨੇ। ਜਦੋਂ ਬਾਕੀ ਆਈਟਮਾਂ ਵੀ ਪਾਓਗੇ ਤੁਹਾਡਾ 10 ਤੋਂ 12 ਕਿਲੋ ਵੰਡਾ ਬਣ ਜਾਏਗਾ। ਇਹ ਤੁਹਾਡੇ 2 ਤੋਂ 3 ਜਾਨਵਰ ਆਰਾਮ ਦੇ ਨਾਲ ਖਾ ਲੈਣਗੇ। ਛੋਟੇ ਜਾਨਵਰ ਹੋਣਗੇ ਤਾਂ ਜ਼ਿਆਦਾ ਖਾ ਲੈਣਗੇ, ਅਗਰ ਵੱਡੇ ਜਾਨਵਰ ਨੇ ਤਾਂ 2 ਤੋਂ 3 ਜਾਨਵਰ ਆਰਾਮ ਦੇ ਨਾਲ ਇਹਨੂੰ ਖਾਣਗੇ, ਠੀਕ ਹੈ। ਮੈਂ ਤਰੀਕਾਕਾਰ ਨਾਲ ਦੱਸੀ ਜਾਵਾਂਗਾ। 1 ਕਿਲੋ ਤੂੜੀ ਲੈ ਲੈਣੀ ਹੈ, ਉਹਨੂੰ ਪਾਣੀ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਭਿਓ ਲੈਣਾ, ਠੀਕ ਹੈ। ਉਹ ਉੱਪਰੋਂ ਤੁਸੀਂ ਚੁੱਕ ਲੈਣੀ ਹੈ, ਜਿਹੜਾ ਗੰਦ ਹੋਏਗਾ ਥੱਲੇ ਬੈਠ ਜਾਏਗਾ, ਉਹਨੂੰ ਬੈਠਾ ਰਹਿਣ ਦੇਣਾ। ਉਹਨੂੰ ਚੁੱਕ ਕੇ ਤੁਸੀਂ ਕਿਸੇ ਚੀਜ਼ ਦੇ ਵਿੱਚ, ਖੁਰਲੀ ਦੇ ਵਿੱਚ ਪਾ ਲੈਣਾ, ਠੀਕ ਹੈ। ਉਸ ਤੋਂ ਇਲਾਵਾ ਤੁਸੀਂ ਤਕਰੀਬਨ ਵੰਡਾ ਪਾਉਣ ਤੋਂ ਕੋਈ ਘੰਟਾ ਪਹਿਲੇ ਨਾ ਖਲ ਬਨੋਲਾ ਲੈ ਲੈਣੀ ਹੈ। ਖਲ ਬਨੋਲਾ ਤੁਸੀਂ 1 ਕਿਲੋ ਲੈ ਲੈਣੀ ਹੈ। ਉਹ ਤੁਸੀਂ ਵੰਡਾ ਪਾਉਣ ਤੋਂ ਤਕਰੀਬਨ ਘੰਟਾ ਪਹਿਲੇ ਉਹਨੂੰ ਪਾਣੀ 'ਚ ਭਿਗੋ ਲੈਣਾ। ਉਸ ਤੋਂ ਇਲਾਵਾ ਉਹਨੂੰ ਤੁਸੀਂ ਉਹਦੇ ਵਿੱਚ ਹੀ ਮਿਕਸ ਕਰ ਲੈਣਾ। 1 ਕਿਲੋ ਚੋਕਰ ਲੈ ਲੈਣਾ, ਠੀਕ ਹੈ। ਉਹਨੂੰ ਵੀ ਤੁਸੀਂ ਉੱਪਰ ਮਿਕਸ ਕਰਨਾ, ਉਹਨੂੰ ਭਿਗਾਉਣਾ ਨਹੀਂ ਹੈ, ਉਹਨੂੰ ਸਭ ਤੋਂ ਐਂਡ 'ਤੇ ਪਾਉਣਾ। ਉਹ ਮੈਂ ਤੁਹਾਨੂੰ ਤਰੀਕਾ ਦੱਸੀ ਜਾਵਾਂਗਾ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਤਕਰੀਬਨ 1.5 ਕਿਲੋ ਸੁੱਕੀਆਂ ਰੋਟੀਆਂ, ਤੁਹਾਡੇ ਘਰ ਦੀ ਜਿਹੜੀ ਵੇਸਟੇਜ ਹੋਏ ਕਰੇਗੀ ਨਾ, ਮਤਲਬ ਘਰਾਂ ਦੇ ਵਿੱਚ ਅਕਸਰ ਰੋਟੀਆਂ ਛੋਟੀਆਂ ਵੱਧ ਜਾਂਦੀਆਂ ਨੇ, ਠੀਕ ਹੈ। ਉਹ ਤੁਸੀਂ ਉਹ ਘਰ ਦੀਆਂ ਤੁਹਾਡੀਆਂ 1.5 ਕਿਲੋ ਹੋ ਜਾਣ, ਕਿਲੋ ਹੋ ਜਾਣ, ਜਿੰਨੀਆਂ ਵੀ ਤੁਹਾਡੀਆਂ ਵੇਸਟੇਜ ਹੋਣ, ਮਤਲਬ ਕਿ ਜਿਹੜੀਆਂ ਤੁਸੀਂ ਬਾਹਰ ਸੁੱਕੀਆਂ ਆਉਣ ਵਾਲੇ ਭਾਈ ਨੂੰ ਵੇਚਣੀਆਂ ਨੇ ਨਾ, ਬੰਦਿਆਂ ਨੂੰ ਵੇਚਣੀਆਂ ਨੇ, ਜਿਹੜੇ ਹੁੰਦੇ ਨੇ ਫੇਰੀ ਵਾਲੇ, ਉਹ ਨਹੀਂ ਤੁਸੀਂ ਵੇਚਣੀਆਂ ਹੈ ਫੇਰੀ ਵਾਲੇ ਨੂੰ। ਤੁਸੀਂ ਘਰ ਹੀ ਆਪਣੇ ਜਾਨਵਰਾਂ ਨੂੰ ਰਾਤ ਨੂੰ ਤੁਸੀਂ ਭਿਓ ਲੈਣੀਆਂ ਨੇ। ਉੱਲੀ ਨਾਲ ਲੱਗੀ ਹੋਏ ਰੋਟੀਆਂ ਨੂੰ, ਸਾਫ਼ ਸੁਥਰੀਆਂ ਰੋਟੀਆਂ ਹੋਣ, ਉੱਲੀ ਤੋਂ ਪਾਕ ਹੋਣ, ਉਹ ਤੁਸੀਂ ਭੇ ਲੈਣੀਆਂ ਨੇ। ਉਹੀ ਖਲ ਦੇ ਨਾਲ ਹੀ ਭੇ ਕੇ ਰੱਖ ਲੈਣੀਆਂ ਨੇ, ਠੀਕ ਹੈ। ਉਹ ਤੁਹਾਡੀਆਂ ਕਿਲੋ ਹੋ ਜਾਣ, 1.5 ਕਿਲੋ ਹੋ ਜਾਣ, ਉਹ ਜਿੰਨੀਆਂ ਮਤਲਬ ਕਿ ਹੋ ਜਾਣ, 1.5 ਕਿਲੋ ਤੋਂ ਜ਼ਿਆਦਾ ਨਾ ਹੋਣ ਅਤੇ ਕਿਲੋ ਰੇਟ ਮਤਲਬ ਕਿਲੋ ਤੋਂ ਘੱਟ ਨਾ ਹੋਣ, ਇੰਨੀਆਂ ਕੁ ਤੁਸੀਂ ਰੋਟੀਆਂ ਭੇ ਲੈਣੀਆਂ ਨੇ। ਗਰਮੀਆਂ ਹੋਣਗੀਆਂ ਤਾਂ ਤੁਸੀਂ ਚਨੇ ਦਾ ਛਿਲਕਾ ਲੈ ਲੈਣਾ। ਸਰਦੀਆਂ ਹੋਣਗੀਆਂ ਤਾਂ ਤੁਸੀਂ ਜਿਹੜਾ ਨਾ ਚਨੇ ਦਾ ਟੁਕੜਾ ਜਿਹੜਾ ਹੁੰਦਾ ਨਾ ਉਹ ਲੈ ਲੈਣਾ। ਅੱਧਾ ਕਿਲੋ ਕਰ ਲਓ ਚਨੇ ਦਾ ਛਿਲਕਾ, ਅੱਧਾ ਕਿਲੋ, ਮਤਲਬ ਕਿ ਅਗਰ ਗਰਮੀਆਂ ਸਰਦੀਆਂ 'ਚ ਅੱਧਾ ਕਿਲੋ ਫਰਜ਼ ਕਰੋ। ਅਗਰ ਸਰਦੀਆਂ ਨੇ ਅਤੇ ਫਿਰ ਅੱਧਾ ਕਿਲੋ ਚਨੇ ਦਾ ਟੁਕੜਾ ਕਰ ਲਓ, ਅਗਰ ਗਰਮੀਆਂ ਨੇ ਅਤੇ ਫਿਰ ਤੁਸੀਂ ਅੱਧਾ ਕਿਲੋ ਚਨੇ ਦਾ ਛਿਲਕਾ ਕਰ ਲਓ। ਉਹਦੇ ਵਿੱਚ ਤੁਸੀਂ 50 ਗ੍ਰਾਮ, 50 ਤੋਂ 60 ਗ੍ਰਾਮ, 100 ਗ੍ਰਾਮ ਵੀ ਕਰ ਸਕਦੇ ਹੋ, 100 ਸੀਸੀ, 50 ਸੀਸੀ ਜਾਂ 100 ਸੀਸੀ ਵੀ ਸਰਸੋਂ ਦਾ ਤੇਲ ਵੀ ਤੁਸੀਂ ਕਰ ਸਕਦੇ ਹੋ। 50 ਸੀਸੀ ਕਰ ਲਓ, 100 ਸੀਸੀ ਕਰ ਲਓਗੇ ਤਾਂ ਬੜਾ ਬਿਹਤਰੀਨ ਹੈ। 100 ਸੀਸੀ ਸਰਸੋਂ ਦਾ ਤੇਲ ਤੁਸੀਂ ਉੱਤੇ ਪਾ ਲੈਣਾ। ਤਾਰੇ ਮੇਰੇ ਦਾ ਤੇਲ ਜਿਹੜਾ ਨਾ ਤੁਸੀਂ 50 ਸੀਸੀ ਉੱਤੇ ਪਾ ਲੈਣਾ। ਤਾਰੇ ਮੇਰੇ ਦਾ ਤੇਲ ਤੁਹਾਨੂੰ ਮੈਂ ਇਸ ਤੋਂ ਕਹਿ ਰਿਹਾ ਵਾਂ, ਤਾਰਾ ਮੇਰਾ ਜਦੋਂ ਤੁਸੀਂ ਸੁੱਕਾ ਦਿੰਦੇ ਹੋ ਨਾ ਜਾਨਵਰ ਨੂੰ ਹੁੰਦਾ ਤਾਂ ਉਹ ਵੀ ਬਹੁਤ ਅੱਛਾ ਹੈ, ਲੇਕਿਨ ਜਦੋਂ ਤੁਸੀਂ ਤਾਰਾ ਮੇਰਾ ਖਾਲੀ ਜਾਨਵਰ ਨੂੰ ਦਿਓਗੇ ਨਾ, ਉਹ ਇੱਕ ਜਾਨਵਰ ਦੇ ਮੂੰਹ ਦੇ ਵਿੱਚ ਲੇਸ ਜੀ ਬਣ ਜਾਂਦੀ ਹੈ, ਤਾਂ ਜਾਨਵਰ ਪਸੰਦ ਨਹੀਂ ਕਰਦਾ। ਤਾਰੇ ਮੇਰੇ ਦਾ ਤੇਲ ਜਿਹੜਾ ਗਰਮੀਆਂ ਦੇ ਵਿੱਚ ਜਾਨਵਰ ਬੜੇ ਸਕੂਨ ਦੇ ਨਾਲ ਖਾ ਲੈਂਦਾ, ਵੰਡੇ ਦੇ ਵਿੱਚ ਮਿਕਸ ਕਰਕੇ ਦਿੱਤਾ ਹੋਏ। ਤੇ ਤਾਰੇ ਮੇਰੇ ਦਾ ਤੇਲ ਦਿਓ। ਸਰਦੀਆਂ ਦੇ ਵਿੱਚ ਤੁਸੀਂ ਮਿੱਠਾ ਤਿਲਾਂ ਦਾ ਤੇਲ ਦੇ ਲਓ, ਅਲਸੀ ਦਾ ਤੇਲ ਦੇ ਲਓ, ਗਰਮੀਆਂ ਨੇ ਤਾਂ ਤਾਰੇ ਮੇਰੇ ਦਾ ਤੇਲ ਦੇ ਲਓ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਤਕਰੀਬਨ 20 ਤੋਂ 30 ਗ੍ਰਾਮ ਮਿਨਰਲ ਮਿਕਸਚਰ ਲੈ ਲੈਣਾ। 20 ਤੋਂ 30 ਗ੍ਰਾਮ ਹੀ ਕਾਲਾ ਨਮਕ ਲੈ ਲੈਣਾ, ਜਾਂ ਲਾਲ ਨਮਕ ਜਾਂ ਚਿੱਟਾ ਨਮਕ, ਜਿਹੜਾ ਵੀ ਨਮਕ ਮਿਲ ਜੇ,
ਉਹ ਲੈ ਲੈਣਾ। ਇੰਨਾ ਕਈ ਤਕਰੀਬਨ 20 ਤੋਂ 30 ਗ੍ਰਾਮ ਹੀ ਟੌਕਸਨ ਬਾਈਂਡਰ ਤੁਸੀਂ ਲੈ ਲੈਣਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਖੁਰਲੀ ਦੇ ਵਿੱਚ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਲੈਣਾ। ਮਿਕਸ ਕਰਕੇ ਵੇਖੋ ਮਿਕਸਿੰਗ ਜਿਹੜਾ ਨਾ ਬੜਾ ਜ਼ਰੂਰੀ ਕੰਮ ਹੁੰਦਾ। ਦੋਸਤ ਜਿਹੜੇ ਨੇ ਨਾ ਉਹ ਫਟਾਫਟ ਉੱਤੇ ਕਰਕੇ ਮਾੜਾ ਮੋਟਾ ਹੱਥ ਮਾਰਦੇ ਨੇ। ਉਹ ਜਦੋਂ ਮਾੜਾ ਮੋਟਾ ਹੱਥ ਮਾਰਦੇ ਨੇ ਉਹ ਜਿੱਥੇ ਜਿੱਥੇ ਵੰਡਦੀਆਂ ਰੋਟੀਆਂ ਦੀਆਂ ਖਲ ਦੀ ਚੋਕਰ ਦੀ ਢੇਲੀ ਰਹਿ ਜਾਂਦੀ ਜਾਨਵਰ ਉਹ ਤਾਂ ਚੋਲੀ ਚੁੱਕ ਲੈਂਦਾ, ਠੀਕ ਹੈ। ਲੇਕਿਨ ਤੂੜੀ ਜਿਹੜੀ ਨਾ ਉਹ ਥੱਲੇ ਬਚੀ ਰਹਿ ਜਾਂਦੀ ਹੈ। ਇਸ ਤਰ੍ਹਾਂ ਨਹੀਂ ਕਰਨਾ। ਅਗਰ ਤੁਸੀਂ ਵੰਡ ਬਣਾਉਣ 'ਤੇ ਅੱਧਾ ਘੰਟਾ ਲਾ ਰਹੇ ਹੋ ਨਾ ਤਾਂ 15 ਮਿੰਟ ਉਹਨੂੰ ਮਿਕਸ ਕਰਨ 'ਤੇ ਵੀ ਲਾ ਲਓ 10 ਮਿੰਟ, ਠੀਕ ਹੈ। ਉਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਵਿੱਚ ਫੜ ਕੇ ਹੱਥਾਂ ਦੇ ਵਿੱਚ ਫੜ ਕੇ ਉਹਨੂੰ ਚੰਗੀ ਤਰ੍ਹਾਂ ਮਸਲੋ। ਉਹਨੂੰ ਮਸਲ ਕੇ ਅੱਛੀ ਤਰ੍ਹਾਂ ਉਹਨੂੰ ਬਰੀਕ ਕਰੋ ਤਾਂ ਕਿ ਤੂੜੀ ਦਾ ਇੱਕ ਇੱਕ ਜ਼ਰਾ ਜਿਹੜਾ ਉਹਦੇ ਨਾਲ ਹਰ ਵੰਡ ਦਾ ਜਿਹੜਾ ਨਾ ਦਾਣਾ ਲੱਗ ਜਾਵੇ। ਉਹ ਤੁਹਾਡੇ ਜਾਨਵਰ ਖਾਣਗੇ ਵੀ ਖੁਸ਼ ਹੋ ਕੇ ਅਤੇ ਇਨਸ਼ਾਅੱਲਾ ਤਾਲਾ ਉਹਦੇ ਨਾਲ ਤੁਹਾਡੇ ਬੱਕਰੇ ਬੜਾ ਹੀ ਅੱਛਾ ਅਤੇ ਬੜਾ ਹੀ ਜਲਦੀ ਵੇਟ ਗੇਨ ਕਰਨਗੇ ਅਤੇ ਬਿਲਕੁਲ ਸਸਤਾ ਜਿਹਾ ਵੰਡਾ ਹੋਏਗਾ। ਕੋਈ ਮਹਿੰਗਾ ਵੰਡਾ ਨਹੀਂ ਹੈ। ਅਗਰ ਜਿਹੜਾ ਬੰਦਾ ਇਹ ਵੰਡਾ ਵੀ ਨਹੀਂ ਨਾ ਪਾ ਸਕਦਾ ਫਿਰ ਉਸ ਬੰਦੇ ਕੀ ਗੁਜ਼ਾਰਿਸ਼ ਹੈ ਵੀ ਕੋਈ ਚੁੱਪ ਕਰਕੇ ਇਹ ਕੰਮ ਹੀ ਛੱਡੇ, ਫਿਰ ਇਹ ਉਹਦੇ ਵਾਲਾ ਕੰਮ ਨਹੀਂ ਹੈ ਜੇ ਬੰਦਾ ਇਹ ਵੀ ਵੰਡਾ ਨਹੀਂ ਪਾ ਸਕਦਾ ਤੇ, ਠੀਕ ਹੈ। ਫਿਰ ਟੋਟਲ ਇਸ ਵੰਡੇ ਦੇ ਜਾਨਵਰ ਨੂੰ ਨਹੀਂ ਰੱਖਣਾ ਹੈ। ਸੁਬਾਹ ਟਾਈਮ ਤੁਸੀਂ ਜਿਹੜਾ ਵੀ ਚਾਰਾ ਤੁਹਾਨੂੰ ਲੱਭੇ, ਤੁਹਾਨੂੰ ਮਕਈ ਲੱਭਦੀ ਹੈ ਮਕਈ ਪਾ ਲਓ, ਤੁਹਾਨੂੰ ਅੱਲਾ ਭਲਾ ਕਰੇ ਜੰਤਰ ਸਸਤਾ ਲੱਭਦਾ ਜੰਤਰ ਪਾ ਲਓ। ਤੁਹਾਡੇ ਕੋਲ ਕੋਈ ਅਗਰ ਬਗਾਤ ਨੇ ਉਹਨਾਂ 'ਚ ਜਾ ਕੇ ਥੋੜ੍ਹਾ ਬਹੁਤਾ ਤੁਸੀਂ ਅਗਰ ਘਾਹ ਵਗੈਰਾ ਘਾਸ ਜਿਹਨੂੰ ਕਿਹਾ ਜਾਂਦਾ ਉੱਥੋਂ ਵੱਢ ਕੇ ਲਿਆ ਸਕਦੇ ਹੋ, ਤੁਸੀਂ ਉਹ ਵੱਢ ਕੇ ਲਿਆ ਕੇ ਪਾ ਲਓ। ਜਿਹੜਾ ਤੁਹਾਨੂੰ ਮਤਲਬ ਕਿ ਚਾਰਾ ਸਬਜ਼ ਚਾਰਾ ਈਜ਼ੀਲੀ ਅਵੇਲੇਬਲ ਹੋਵੇ ਨਾ ਤੁਸੀਂ ਉਹ ਪਾ ਲਓ। ਸਬਜ਼ੀਆਂ ਦੇ ਕਿਸੇ ਦਿਨ ਪੱਤੇ ਲਿਆ ਕੇ ਪਾ ਲਓ, ਕਿਸੇ ਦਿਨ ਫਲਾਂ ਦੀ ਰੇਹੜੀ 'ਤੇ ਜਾ ਕੇ ਉਹਦੇ ਕੋਲੋਂ ਕੋਈ ਫਲਾਂ ਦੇ ਛਿਲਕੇ ਲਿਆ ਕੇ ਪਾ ਲਓ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਜਾਨਵਰਾਂ ਵਾਸਤੇ ਇੱਕ ਸਸਤਾ ਅਤੇ ਅੱਛਾ ਵੰਡਾ ਤਿਆਰ ਕਰ ਸਕਦੇ ਹੋ। ਲੇਕਿਨ ਸੁੱਕਾ ਵੰਡਾ ਦੋਨੋਂ ਟਾਈਮ ਨਹੀਂ ਦੇਣਾ। ਜਦੋਂ ਵੀ ਦੇਣਾ ਸਬਜ਼ ਵੰਡਾ ਨਾਲ ਮਿਕਸ ਕਰਕੇ ਦੇਣਾ। ਸੁੱਕਾ ਵੰਡਾ ਦਿਓਗੇ ਉਹਦੇ ਨਾਲ ਜਾਨਵਰ ਨੂੰ ਬੰਨ ਲੱਗ ਜਾਂਦਾ ਹੈ। ਸਰਸੋਂ ਦਾ ਤੇਲ ਜਿਹੜਾ ਲਾਜ਼ਮੀ ਯੂਜ਼ ਕਰਵਾਉਣਾ ਹੈ। ਸਰਸੋਂ ਦਾ ਤੇਲ ਯੂਜ਼ ਨਹੀਂ ਕਰਵਾਓਗੇ ਜਾਨਵਰ ਨੂੰ ਬੰਨ ਲੱਗ ਜਾਏਗਾ ਅਤੇ ਉਹ ਵੀ ਨੁਕਸਾਨ ਕਰੇਗਾ, ਠੀਕ ਹੈ। ਜਾਨਵਰ ਨੂੰ ਇਸ ਤਰ੍ਹਾਂ ਤਰਤੀਬ ਦੇ ਨਾਲ ਲੈ ਕੇ ਚੱਲੋ। ਇਨਸ਼ਾਅੱਲਾ ਤੁਹਾਡੇ ਜਾਨਵਰ ਦਿਨਾਂ ਦੇ ਵਿੱਚ ਫ਼ਰਕ ਮਾਰ ਕੇ ਦੱਸਣਗੇ ਕਿ ਜੀ ਸਾਨੂੰ ਕੋਈ ਚੀਜ਼ ਖਾਣੇ ਪਏ ਤਾਂ ਉਹਦਾ ਸਾਨੂੰ ਅਸਰ ਹੋ ਰਿਹਾ, ਠੀਕ ਹੋ ਗਿਆ। ਅਤੇ ਵੀਡੀਓ ਤੁਹਾਨੂੰ ਅਗਰ ਅੱਛੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਸਾਰੇ ਦੋਸਤ ਜਾਨਵਰਾਂ ਨੂੰ ਵੇਖ ਕੇ ਮਾਸ਼ਾਅੱਲਾ ਕਹਿਣਾ। ਅੱਲਾਹ ਤਾਲਾ ਸਾਰਿਆਂ ਦਾ ਸ਼ੌਕ ਸਲਾਮਤ ਰੱਖੇ। ਇਜਾਜ਼ਤ ਦਿਓ ਆਪਣੇ ਵੀਰ ਨੂੰ। ਇਨਸ਼ਾਅੱਲਾ ਤਾਲਾ ਦੁਬਾਰਾ ਇੱਕ ਹੋਰ ਟੌਪਿਕ 'ਤੇ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇਨਸ਼ਾਅੱਲਾ ਤਾਲਾ। ਜਿਹੜੀ ਵੀਡੀਓ ਦੇ ਬਾਰੇ ਤੁਸੀਂ ਅਗਰ ਕੋਈ ਸਵਾਲ ਜਵਾਬ ਹੋਏ ਜਾਂ ਕੋਈ ਵੀ ਕਿਸੇ ਕਿਸਮ ਦਾ ਹੋਏ ਮੇਰੇ WhatsApp ਨੰਬਰ 'ਤੇ ਵੀ ਰਾਬਤਾ ਕਰ ਸਕਦੇ ਹੋ, ਮੇਰੇ Facebook ਪੇਜ 'ਤੇ ਵੀ ਰਾਬਤਾ ਕਰ ਸਕਦੇ ਹੋ, ਮੇਰੇ TikTok ਪੇਜ 'ਤੇ ਵੀ ਰਾਬਤਾ ਕਰ ਸਕਦੇ ਹੋ ਅਤੇ ਮੇਰਾ YouTube ਦਾ ਜਿਹੜਾ ਕਮੈਂਟ ਨੇ ਇਹਨਾਂ 'ਚ ਵੀ ਤੁਸੀਂ ਕਰਕੇ ਅਤੇ ਰਾਬਤਾ ਦੱਸ ਸਕਦੇ ਹੋ ਕਿ ਯਾਰ ਇਸ ਮੌਜੂ 'ਤੇ ਵੀਡੀਓ ਬਣਾਓ ਜਾਂ ਅਗਲੀ ਵੀਡੀਓ ਇਸ ਮੌਜੂ 'ਤੇ ਬਣਾਓਗੇ ਤਾਂ ਇਨਸ਼ਾਅੱਲਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਜਾਜ਼ਤ ਦਿਓ ਆਪਣੇ ਵੀਰ ਨੂੰ। ਅੱਲਾ ਹਾਫਿਜ਼। ਅੱਲਾ ਨਿਗਹਿਬਾਨ।